ਦੇ ਸਮੇਂ ਇੱਕ ਚੰਗੀ ਖਬਰ ਵੀ ਹੈ ਪੰਜਾਬ ਦੇ ਲੋਕਾਂ ਦੇ ਲਈ ਕੋਰੋਨਾ ਦੇ ਇਸ ਕਾਲ ਦੇ ਵਿੱਚ। ਚੰਗੀ ਖਬਰ ਇਹ ਹੈ ਕਿ ਅੱਜ ਤੋਂ ਪੰਜਾਬ ਦੇ ਵਿੱਚ ਤੀਜਾ ਫੇਜ਼ ਵੈਕਸੀਨ ਦਾ ਸ਼ੁਰੂ ਹੋਣ ਜਾ ਰਿਹਾ ਹੈ। ਜਿਹਾ ਇਹ ਅਹਿਮ ਜਾਣਕਾਰੀ ਤੇ ਇੱਕ ਚੰਗੀ ਖਬਰ ਸਵੇਰ ਦੀ ਸ਼ੁਰੂਆਤ ਦੇ ਲਈ ਬਹੁਤ ਜ਼ਰੂਰੀ, क्योंकि वैक्सीनेशन का काम जारी है तो सब तो बड़ा हथियार है कोरोना के खिलाफ। अज तो 18+ लोगों की यानी कि 18 साल तो वध उम्र के लोगों की वैक्सीन की शुरुआत हो जाएगी। हालांकि इस तुहानूं दस दईए कि तरजीह वख-वख खित्तियां नाल जुड़े लोगों को दी जाएगी, खास तौर पर जिहड़े मजदूर वर्ग है, जिहड़े उसारी के काम दे विच मजदूर लगे हुए हैं, उन्होंने ते उन्हां दे परिवारां नूं सब तो पहला तरजीह दी जाएगी कि उन्होंने वैक्सीन लगाई जाए। ਤਾਂ ਸੂਬੇ ਦੇ ਵਿੱਚ ਅੱਜ ਤੋਂ ਸ਼ੁਰੂ ਹੋ ਰਹੀ ਹੈ 18+ ਦੇ ਲਈ ਵੈਕਸੀਨੇਸ਼ਨ। ਉਹ ਸਾਰੀ ਮਜ਼ਦੂਰਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਪੰਜਾਬ ਦੇ ਕੋਲ 1 ਲੱਖ ਵੈਕਸੀਨ ਪਹੁੰਚ ਗਈ ਹੈ। ਸਿਹਤ ਮੰਤਰੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਨੇ ਆਪਣੇ ਪੱਧਰ ਦੇ ਉੱਤੇ ਸੀਰਮ ਇੰਸਟੀਚਿਊਟ ਨੂੰ 30 ਲੱਖ ਡੋਜ਼ ਦਾ ਆਰਡਰ ਵੀ ਦਿੱਤਾ ਹੋਇਆ ਹੈ। 18 ਸਾਲ ਤੋਂ ਵੱਧ ਗਰੁੱਪ ਦੇ ਲਈ ਇਸ ਮਹੀਨੇ 4,29,000 ਡੋਜ਼ ਪੰਜਾਬ ਕੋਲ ਪਹੁੰਚੇਗੀ। ਤਾਂ ਉਮੀਦ ਹੈ ਕਿ ਜਿਹੜੇ 18+ ਤੋਂ ਵੱਧ ਲੋਕ ਨੇ ਉਹ ਵੀ इस समय इंतजार वैक्सीन का कर रहे होंगे, तो उन्होंने भी जल्द वैक्सीन का इंतजार खत्म होएगा। अज तो 18+ ਜਿਹੜੇ ਲੋਕ ਨੇ ਉਹਨਾਂ ਦੀ ਵੈਕਸੀਨ ਸ਼ੁਰੂ ਹੋ ਰਹੀ ਹੈ। ਇਹ ਵੀ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਵੀ ਵੈਕਸੀਨ ਲਗਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਰਜਿਸਟਰ ਜ਼ਰੂਰ ਕਰਵਾਉਣਾ ਹੋਏਗਾ। ਜਾਂ ਤਾਂ ਤੁਸੀਂ ਕੋਵਿਨ ਐਪ COWIN ਇੱਕ ਕੋਵਿਨ ਐਪ ਹੈ, ਇਸ ਦੇ ਉੱਤੇ ਜਾ ਕੇ ਰਜਿਸਟਰ ਕਰ ਸਕਦੇ ਹੋ। ਆਪਣੇ ਫੋਨ ਦੇ ਉੱਤੇ ਡਾਊਨਲੋਡ ਕਰਕੇ ਆਪਣੇ ਫੋਨ ਨੰਬਰ ਨਾਲ ਰਜਿਸਟਰ ਕਰਕੇ ਇੱਕ ਫੋਨ ਨੰਬਰ ਤੋਂ 4 ਲੋਕ ਰਜਿਸਟਰ ਕਰ ਸਕਦੇ ਆ। ਮਤਲਬ ਤੁਹਾਡੇ ਪਰਿਵਾਰ ਦੇ ਵਿੱਚ 4 ਲੋਕ ਨੇ ਤਾਂ ਇੱਕ ਨੰਬਰ ਤੇ ਰਜਿਸਟਰ ਹੋ ਜਾਏਗਾ। ਜੇ 4 ਤੋਂ ਵੱਧ ਨੇ ਤਾਂ ਫਿਰ 2 ਫੋਨ ਦੇ ਉੱਤੇ ਤੁਹਾਨੂੰ ਕੋਵਿਨ ਐਪ ਡਾਊਨਲੋਡ ਕਰਨੀ ਹੋਏਗੀ। ਉਸ ਤੋਂ ਬਾਅਦ ਇੱਕ ਆਰੋਗਯ ਸੇਤੂ ਐਪ ਹੈ, ਕਈ ਲੋਕਾਂ ਦੇ ਆਲਰੇਡੀ ਫੋਨ ਦੇ ਵਿੱਚ ਹੋਵੇਗੀ। ਆਰੋਗਯ ਸੇਤੂ ਐਪ ਦੇ ਜ਼ਰੀਏ ਵੀ ਜਿਹੜੀ ਵੈਕਸੀਨੇਸ਼ਨ ਦੇ ਲਈ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਤੇ ਰਜਿਸਟ੍ਰੇਸ਼ਨ ਤੋਂ ਬਿਨਾ ਵੈਕਸੀਨੇਸ਼ਨ ਨਹੀਂ ਹੋਵੇਗੀ, ਇਹ ਵੀ ਸਾਨੂੰ ਧਿਆਨ ਰੱਖਣਾ ਹੋਏਗਾ। ਤੁਸੀਂ ਪਹਿਲਾਂ ਰਜਿਸਟਰ ਕਰਵਾਓ, ਉਸ ਤੋਂ ਬਾਅਦ ਹੀ ਤੁਸੀਂ ਵੈਕਸੀਨੇਸ਼ਨ ਸੈਂਟਰ ਜਾਓ ਵੈਕਸੀਨ ਕਰਵਾਉਣ ਦੇ ਲਈ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। ਅਗਲੀ ਖਬਰ NRHM ਦੇ ਮੁਲਾਜ਼ਮਾਂ ਦੇ ਨਾਲ ਜੁੜੀ ਹੋਈ ਹੈ। NHM ਦੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਅੱਜ ਸਵੇਰੇ 10 ਵਜੇ ਤੱਕ ਦਾ ਸਮਾਂ ਦਿੱਤਾ ਗਿਆ, ਸਿੱਧੀ ਚੇਤਾਵਨੀ ਦੇ ਨਾਲ ਕਿ ਜੇਕਰ ਤੁਸੀਂ 10 ਵਜੇ ਤੱਕ ਆਪਣੀ ਨੌਕਰੀ ਵਾਪਸ ਜੁਆਇਨ ਨਹੀਂ ਕੀਤੀ ਤਾਂ ਫਿਰ ਨੌਕਰੀ ਤੋਂ ਕੱਢ ਦਿੱਤਾ ਜਾਏਗਾ, ਤੁਹਾਨੂੰ ਤੁਹਾਡਾ ਕੰਟਰੈਕਟ ਰੱਦ ਕਰ ਦਿੱਤਾ ਜਾਏਗਾ। ਵੱਡੀ ਖਬਰ ਹੈ NHM ਮੁਲਾਜ਼ਮਾਂ ਦੇ ਲਈ, ਜਿਹੜਾ ਨੈਸ਼ਨਲ ਰੂਰਲ ਹੈਲਥ ਮਿਸ਼ਨ ਦੇ ਤਹਿਤ ਜਿਨ੍ਹਾਂ ਦੀ ਭਰਤੀ ਹੋਈ ਮੈਡੀਕਲ ਸਟਾਫ ਦੇ ਤੌਰ ਦੇ ਉੱਤੇ ਉਹ ਕੰਮ ਕਰਦੇ ਨੇ, ਪਿਛਲੇ ਬਹੁਤ ਦਿਨਾਂ ਤੋਂ ਹੜਤਾਲ ਦੇ ਉੱਤੇ ਨੇ। ਇਸ ਤੋਂ ਪਹਿਲਾਂ ਸਰਕਾਰ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਸੀ। ਸਰਕਾਰ ਨੇ ਉਹਨਾਂ ਨੂੰ ਕਿਹਾ ਸੀ ਕਿ ਜੇਕਰ ਤੁਸੀਂ ਹੜਤਾਲ ਖਤਮ ਨਹੀਂ ਕਰਦੇ ਤਾਂ ਤੁਹਾਡੇ ਉੱਤੇ ਕਾਰਵਾਈ ਹੋਏਗੀ। ਉਸ ਤੋਂ ਬਾਅਦ NHM ਮੁਲਾਜ਼ਮਾਂ ਦੇ ਵੱਲੋਂ ਕੋਈ ਜ਼ਿਆਦਾ ਰਿਸਪੌਂਸ ਨਹੀਂ ਦਿੱਤਾ ਗਿਆ ਤਾਂ ਹੁਣ ਸਰਕਾਰ ਦੇ ਵੱਲੋਂ ਆਰਡਰ ਦੇ ਦਿੱਤੇ ਗਏ ਨੇ ਕਿ ਸਵੇਰੇ 10 ਵਜੇ ਤੱਕ, ਐਤਵਾਰ ਸ਼ਾਮ ਨੂੰ ਇਹ ਆਰਡਰ ਕੱਢੇ ਗਏ ਨੇ, ਜਾਂ ਕਹੀਏ ਕਿ ਇਹ ਚੇਤਾਵਨੀ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ ਐਤਵਾਰ ਸ਼ਾਮ ਨੂੰ ਤੇ ਸੋਮਵਾਰ ਸਵੇਰੇ 10 ਵਜੇ ਦਾ, ਯਾਨੀ ਕਿ ਅੱਜ ਸਵੇਰੇ 10 ਵਜੇ ਦਾ ਕਰੀਬ 3 ਘੰਟੇ ਹੋਰ ਨੇ। 3 ਘੰਟਿਆਂ ਦੇ ਵਿੱਚ ਕਲੀਅਰ ਹੋ ਜਾਏਗਾ ਕਿ NHM ਦੇ ਮੁਲਾਜ਼ਮ ਕੀ ਕੁਝ ਫੈਸਲਾ ਕਰਦੇ ਨੇ। ਇਹ ਵੀ ਕਿਹਾ ਗਿਆ ਹੈ ਆਰਡਰਾਂ ਦੇ ਵਿੱਚ ਕਿ ਕਿਸੇ ਹੋਰ ਨੌਕਰੀ ਦੇ ਲਈ ਵੀ ਫਿਰ ਤੁਸੀਂ ਅਪਲਾਈ ਨਹੀਂ ਕਰ ਸਕੋਗੇ। ਦਰਅਸਲ NRHM ਦੇ ਜਿਹੜੇ ਮੁਲਾਜ਼ਮ ਨੇ ਉਹ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਹੜਤਾਲ ਦੇ ਉੱਤੇ। ਹੁਣ ਅੱਗੇ ਵਧਦੇ ਤੇ ਰੁਕ ਕਰਦੇ ਹਾਂ ਹਰਿਆਣਾ ਦੇ ਵਿੱਚ ਸਖਤੀ ਵਧਾਈ ਗਈ ਹੈ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਵਿਚਾਲੇ। ਹਰਿਆਣਾ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 1 ਹਫ਼ਤੇ ਦਾ ਲਾਕਡਾਊਨ ਹੋਰ ਵਧਾ ਦਿੱਤਾ ਗਿਆ ਹੈ। ਆਲਰੇਡੀ 1 ਹਫ਼ਤੇ ਦਾ ਲਾਕਡਾਊਨ ਸੀ ਤਾਂ ਉਸ ਦੇ ਵਿੱਚ ਇਜ਼ਾਫਾ ਕੀਤਾ ਗਿਆ, ਕਿਉਂਕਿ 12-13,000 14,000 ਕੇਸਿਸ ਹਰਿਆਣਾ ਦੇ ਵਿੱਚ ਲਗਾਤਾਰ ਸਾਹਮਣੇ ਆ ਰਹੇ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਨੂੰ ਲੈ ਕੇ ਇਸ ਸਮੇਂ ਵੱਡੀ ਖਬਰ ਇਹ ਹੈ ਕਿ ਹਰਿਆਣਾ ਦੇ ਵਿੱਚ 1 ਹਫ਼ਤੇ ਦਾ ਹੋਰ ਲਾਕਡਾਊਨ ਵਧਾ ਦਿੱਤਾ ਗਿਆ। ਹਾਲਾਂਕਿ ਇਸ ਨੂੰ ਵੱਖ ਤਰੀਕੇ ਦੇ ਨਾਲ ਹਰਿਆਣਾ ਦੇ ਵਿੱਚ ਜ਼ਿਕਰ ਕੀਤਾ ਜਾ ਰਿਹਾ ਹੈ, ਯਾਨੀ ਕਿ ਲਾਕਡਾਊਨ ਦਾ ਨਾਮ ਨਹੀਂ ਦਿੱਤਾ ਗਿਆ ਬਲਕਿ ਨਾਮ ਦਿੱਤਾ ਗਿਆ ਮਹਾਮਾਰੀ ਅਲਰਟ ਸੁਰੱਖਿਅਤ ਹਰਿਆਣਾ। ਇਹ ਨਾਮ ਦਿੱਤਾ ਗਿਆ ਹੈ ਲਾਕਡਾਊਨ ਦਾ। ਹਰਿਆਣਾ ਦੇ ਵਿੱਚ ਹੁਣ 17 ਮਈ ਤੱਕ ਮਹਾਮਾਰੀ ਅਲਰਟ ਰਹੇਗਾ, ਯਾਨੀ ਕਿ ਸਖਤੀ ਦਾ ਸਾਹਮਣਾ ਹਰਿਆਣਾ ਦੇ ਲੋਕਾਂ ਨੂੰ ਅਗਲਾ 1 ਹਫ਼ਤਾ ਹੋਰ ਕਰਨਾ ਹੋਵੇਗਾ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਖਬਰ ਅੰਮ੍ਰਿਤਸਰ ਤੋਂ ਲਵਾਂਗੇ।
ਅੰਮ੍ਰਿਤਸਰ ਦੇ ਵਿੱਚ ਇੱਕ ਵੱਡੀ ਲਾਪਰਵਾਹੀ ਹਸਪਤਾਲ ਪ੍ਰਸ਼ਾਸਨ ਦੀ ਵੇਖਣ ਨੂੰ ਮਿਲੀ। ਜਿਹਾਂ ਉੱਥੇ ਟੈਸਟ ਕਰਵਾਏ ਗਏ 900 ਦੇ ਕਰੀਬ ਤੇ ਉਹ ਟੈਸਟ ਪੋਜ਼ਿਟਿਵ ਆ ਗਏ। ਹਾਲਾਂਕਿ ਬਾਅਦ ਦੇ ਵਿੱਚ ਕੁਝ ਦੁਬਾਰਾ ਟੈਸਟ ਕਰਵਾਏ ਗਏ ਤੇ ਉਹ ਫਿਰ ਨੈਗੇਟਿਵ ਆਏ। ਇਹਨਾਂ ਰਿਪੋਰਟਾਂ ਨੂੰ ਲੈ ਕੇ ਜਿਹੜੀ ਕਨਫਿਊਜ਼ਨ ਸੀ ਉਸ ਦੇ ਉੱਤੇ ਸਿਹਤ ਮਹਿਕਮਾ ਵੀ ਕਹਿ ਰਿਹਾ ਹੈ ਕਿ ਲਾਪਰਵਾਹੀ ਤਾਂ ਹੋਈ ਹੈ। ਅੰਮ੍ਰਿਤਸਰ ਦੀ ਬਾਇਓਲੋਜੀ ਲੈਬ 'ਚ ਹੋਈ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। 5 ਮਈ ਨੂੰ ਲੈਬ ਵੱਲੋਂ ਕੋਰੋਨਾ ਟੈਸਟ ਦੀ ਦਿੱਤੀ ਗਈ ਰਿਪੋਰਟ ਕਾਰਨ ਹੜਕੰਪ ਮਚ ਗਿਆ। ਇੱਕ ਦਿਨ 'ਚ ਇੱਥੇ 932 ਸੈਂਪਲ ਕੋਰੋਨਾ ਪੋਜ਼ਿਟਿਵ ਨਿਕਲੇ। ਇੰਨੀ ਵੱਡੀ ਗਿਣਤੀ 'ਚ ਪੋਜ਼ਿਟਿਵ ਕੇਸ ਆਉਣ ਨਾਲ ਸਭ ਦੀ ਚਿੰਤਾ ਵੱਧ ਗਈ। ਹਾਲਾਂਕਿ ਜਦੋਂ ਅਸਲੀਅਤ ਸਾਹਮਣੇ ਆਈ ਤਾਂ ਸਿਹਤ ਵਿਭਾਗ 'ਚ ਹੀ ਭੁਚਾਲ ਆ ਗਿਆ। दरअसल किसी गलती की वजह करके सारे सैंपल ही इन्फेक्टेड हो गए सन। इस दा खुलासा उस वेले होया जदों पॉजिटिव रिपोर्ट वाले 932 लोगों च शामिल 5 डॉक्टरां नूं कुछ शक होया। बिल्कुल सेहतमंद होने करके 5 डॉक्टरां ने अगले दिन फिर टेस्ट करवाया जो नेगेटिव निकलिया। इस बार ऐसे हो गया कि स्टाफ का ही सैंपल गया और स्टाफ में ही ये प्रॉब्लम आ गई, तो हमने फिर ये मुद्दा उठाया कि ऐसा क्यों हुआ है कि हम सारे के सारे पॉजिटिव कैसे आ गए। हम लोग 5 लोग हैं यहाँ पर इवनिंग स्टाफ के, और पांचों के पांचों सैंपल एक साथ ही लिए गए और सारे अच्छे से मतलब सैंपल कलेक्शन भी हुआ था, तो पांचों की रिपोर्ट एक साथ पॉजिटिव आ गई और सबकी रेंज भी एक जैसी आई थी। इसलिए भी हमें लगा कि ये मतलब कि क्या हो गया हमारे साथ। वैसे तो थोड़ी देर के लिए तो हम लोग बहुत शॉक्ड हो गए। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਿਸ ਕੰਟੇਨਰ 'ਚ ਸੈਂਪਲ ਰੱਖੇ ਗਏ ਸਨ ਉਹ ਕੰਟੇਨਰ ਹੀ ਇਨਫੈਕਟਡ ਸੀ, ਜਿਸ ਤੋਂ ਬਾਅਦ ਸਾਰੇ ਸੈਂਪਲ ਇਨਫੈਕਟਡ ਹੋ ਗਏ। ਸਿਵਲ ਸਰਜਨ ਨੇ ਇਸ ਲਾਪਰਵਾਹੀ ਦੀ ਗੱਲ ਨੂੰ ਕਬੂਲਿਆ ਹੈ ਅਤੇ ਜਾਂਚ ਦੇ ਹੁਕਮ ਦਿੱਤੇ ਨੇ। ऐसे तो हम बिल्कुल ठीक थे, कोई सिम्टम नहीं था, हमें बिल्कुल फिट थे, तो हम लोग बिल्कुल बहुत ज़्यादा हैरान हुए कि ये तो चीज़ पॉसिबल नहीं है। तो फिर हम लोगों ने क्या किया कि डर भी गए थे, हम लोग काफ़ी शॉक थे, तो उस चक्कर में हमने दोबारा अपना टेस्ट रिपीट करवाया। तो जब नेक्स्ट डे रिपोर्ट आई तो वो नेगेटिव आई, तो यही सारा बात हुई थी। लेकिन अब हमने कंप्लेंट वगैरह दी है, सिविल सर्जन सर को भी दिया, रिटर्न में भी दिया। खैर रिपोर्ट के आधार ते बंदी कार्रवाई की गल कही जा रही है, पर वड्डी लापरवाही जिथे चिंता वधाउण वाली है उत्थे ही सिस्टम ते भी वड्डे सवाल खड़े हुंदे ने। ਅੰਮ੍ਰਿਤਸਰ ਤੋਂ ਅਮਿਤ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ ਨਿਊਜ਼ 18। ਇੱਥੇ ਰੁਕਦੇ ਹਾਂ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਕੁਝ ਹੋਰ ਖਬਰਾਂ ਦੇ ਨਾਲ।